ਅੱਜ ਦੀ ਕਹਾਣੀ ਕੋਈ ਨਾ ਬਾਪੂ। ਘੰਟਾਘਰ ਦੀ ਘੜੀ ਦੀ ਟਿਕ ਟਿਕ ਦੇ ਨਾਲ ਹੀ ਦੂਰੋਂ ਘੰਟਾਘਰ ਦੇ ਕਲਾਕ ਨੇ 12 ਵਜਣ ਦਾ ਐਲਾਨ ਕੀਤਾ ਤਾਂ ਉਸਨੇ ਟਾਈਮ ਪੀਸ ਵੱਲ ਦੇਖਿਆ। ਇੰਨਾ ਟਾਈਮ ਹੋ ਗਿਆ, ਉਸਨੇ ਆਪਣੇ ਆਪ ਨਾਲ ਹੀ ਗੱਲ ਕੀਤੀ। ਨੀਂਦ ਤਾਂ ਉਹਦੇ ਨੇੜੇ ਤੇੜੇ ਵੀ ਨਹੀਂ ਸੀ। ਉਸਦੀ ਘਰਵਾਲੀ ਕਰਮਜੀਤ ਕੋਲ ਕੂਕ ਸੁੱਤੀ ਪਈ ਸੀ। ਸਾਹਮਣੀ ਕੰਧ ਤੇ ਟੰਗੀ ਬਾਪੂ ਤੇ ਬੇਬੇ ਦੀ ਤਸਵੀਰ ਵੱਲ ਉਸਨੇ ਵੇਖਿਆ। ਉਸਨੂੰ ਭੁਲੇਖਾ ਪਿਆ ਜਿਵੇਂ ਬਾਪੂ ਕੁਝ ਕਹਿ ਰਹੇ ਹੋਵੇ। ਉਸਨੂੰ ਲੱਗਾ ਜਿਵੇਂ ਦਿਮਾਗ ਦੀਆਂ ਨਾੜਾਂ ਵਿੱਚ ਬਹੁਤ ਸਾਰਾ ਖੂਨ ਆ ਗਿਆ ਹੋਵੇ ਤੇ ਉਹ ਕਿਸੇ ਸਮੇਂ ਵੀ ਫਟ ਸਕਦੀਆਂ ਹੋਣ। ਉਹਨੇ ਉੱਠ ਕੇ ਪਾਣੀ ਪੀਤਾ ਤੇ ਸਾਹਮਣੇ ਨੂੰ ਪੁੱਤ ਦੇ ਕਮਰੇ ਵਿੱਚ ਜਗਦੀ ਲਾਈਟ ਦੀ ਰੋਸ਼ਨੀ ਦੇਖ ਕੇ ਉੱਧਰ ਨੂੰ ਤੁਰ ਪਿਆ। ਅੰਦਰੋਂ ਪਿੰਡ ਪਿੰਡ ਕਰਦੀ ਨੂੰਹ ਦੀ ਆਵਾਜ਼ ਆ ਰਹੀ ਸੀ, ਹਾੜੇ ਇਸ ਤਰ੍ਹਾਂ ਨਾ ਕਰੋ। ਅੱਗੋਂ ਦਰਸ਼ਨ ਉੱਚੀ ਦੇਣੇ ਬੋਲਿਆ, ਜਿਵੇਂ ਮਾਂ ਕਹਿੰਦੀ ਏ ਉਵੇਂ ਹੋ, ਚੁੱਪ ਕਰ ਤੂੰ। ਉਹਨੂੰ ਗੱਲਾਂ ਸੁਣਦੇ ਨੂੰ ਸ਼ਰਮ ਜਿਹੀ ਆਈ। ਜੇ ਕੋਈ ਉਸਨੂੰ ਇਸ ਤਰ੍ਹਾਂ ਕਰਦਾ ਦੇਖੇ ਤਾਂ ਕੀ ਕਹੂ, ਤੇ ਉਹ ਬਾਹਰ ਜਾ ਕੇ ਬੇਚੈਨੀ ਨਾਲ ਵਿਹੜੇ ਵਿੱਚ ਘੁੰਮਣ ਲੱਗਾ। ਬਾਹਰ ਜਾ ਕੇ ਉਹਨੇ ਮਹਿਸੂਸ ਤਾਂ ਕੀਤਾ ਸੀ ਕਿ ਪਿਛਲੇ ਕਈ ਦਿਨਾਂ ਤੋਂ ਘਰ ਵਿੱਚ ਕੋਈ ਗੱਲ ਉਸ ਤੋਂ ਲੁਕੋ ਕੇ ਗੁਜਰੀ ਹੋ ਰਹੀ ਹੈ। ਘਰ ਵਿੱਚ ਤਣਾਅ ਦੀ ਝਲਕ ਉਹਨੂੰ ਮਿਲਦੀ ਸੀ, ਪਰ ਨੂੰ ਸੱਸ ਦੇ ਆਪਸੀ ਰਿਸ਼ਤੇ ਵਿੱਚ ਉਸਨੇ ਕੋਈ ਦਖਲ ਨਹੀਂ ਦਿੱਤਾ ਸੀ। ਉਸਦੇ ਪੁੱਤਰ ਦਰਸ਼ਨ ਨੇ ਖੇਤੀਬਾੜੀ ਦਾ ਕੰਮ ਸੰਭਾਲ ਕੇ ਇੱਕ ਤਰ੍ਹਾਂ ਨਾਲ ਉਸਨੂੰ ਵੇਲਾ ਹੀ ਕਰ ਦਿੱਤਾ ਸੀ। ਉਹਦਾ ਸੰਸਾਰ ਸੀ ਪੋਤੀ ਸੋਨੀਆ ਦੀ ਦੇਖਭਾਲ ਕਰਨਾ। ਦੋਵੇਂ ਦਾਦਾ ਪੋਤੀ ਆਪਣੀਆਂ ਖੇਡਾਂ ਵਿੱਚ ਮਸਤ ਰਹਿੰਦੇ। ਇਸ ਕਰਕੇ ਹੀ ਉਸਨੇ ਪਿਛਲੇ ਦਿਨਾਂ ਵਿੱਚ ਘਰ ਵਿੱਚ ਫੈਲੇ ਤਣਾਅ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਸੀ। ਸੋਨੀਆ ਜਦੋਂ ਰਾਤ ਨੂੰ ਉਸ ਤੋਂ ਬਾਤਾਂ ਸੁਣਦੀ ਸੌਂ ਗਈ ਤਾਂ ਉਸਨੇ ਨੂੰ ਸੁਰਿੰਦਰ ਨੂੰ ਕਿਹਾ, ਧੀਏ ਲੈ ਜਾ ਸੋਨੀਆ ਨੂੰ। ਪਹਿਲਾਂ ਤਾਂ ਨੂੰਹ ਦਾ ਜਵਾਬ ਆਉਂਦਾ, ਜੀ ਪਾਪਾ ਜੀ, ਪਰੰਤੂ ਅੱਜ ਉਹ ਸੋਨੀਆ ਨੂੰ ਚੁੱਪਚਾਪ ਚੁੱਕ ਕੇ ਲੈ ਗਈ। ਉਹਨੂੰ ਸੁਰਿੰਦਰ ਦਾ ਚਿਹਰਾ ਉਤਰਿਆ ਹੋਇਆ ਤੇ ਪੀਲਾ ਪਿਆ ਲੱਗਾ, ਪਰ ਉਹ ਚੁੱਪ ਕਰ ਗਿਆ। 9 ਵਜੇ ਦੁੱਧ ਦਾ ਗਲਾਸ ਲੈ ਕੇ ਆਈ ਕਰਮਜੀਤ ਨੇ ਕਿਹਾ, ਕੱਲ ਨੂੰ ਆੜਤੀਏ ਤੋਂ 20,000 ਰੁਪਏ ਫੜ ਕੇ ਲਿਆਈ। ਦੁੱਧ ਦਾ ਗਲਾਸ ਮੇਜ਼ ਤੇ ਰੱਖ ਉਹਨੇ ਪੁੱਛਿਆ, ਕੀ ਕਰਨੇ ਨੇ ਪੈਸੇ? ਤੈਨੂੰ ਪਤਾ ਪਹਿਲਾਂ ਹੀ ਕੁੜੀ ਦਾ ਵਿਆਹ ਵਾਲਾ ਦੇਣਾ ਲੈਣਾ ਠੀਕ ਨਹੀਂ ਆਇਆ। ਅੱਗੋਂ ਕਰਮਜੀਤ ਔਖੀ ਹੋ ਕੇ ਬੋਲੀ, ਨਾ ਦੱਸ ਮੈਂ ਟੁਮਾਨ ਕਰਾਉਣੀਆਂ ਨੇ। ਹੈਗੀ ਘਰ ਵਿੱਚ ਲੋੜ। ਉਹਦੇ ਵਤੀਰੇ ਨੇ ਉਹਨੂੰ ਵੀ ਤਲਖੀ ਚਾੜ ਦਿੱਤੀ। ਲੋੜ ਦਾ ਪਤਾ ਵੀ ਲੱਗ ਗਈ, ਐਵੇਂ ਸਿਰ ਚੜੀ ਜਾਣੀ ਐ ਮੱਲੋ ਮੱਲੀ। ਲੈ ਸੁਣ ਲੈ ਸਰਦਾਰ ਜੀ, ਤੇਰੀ ਨੂੰ ਰਾਣੀ ਇੱਕ ਕੁੜੀ ਹੋਰ ਜੰਮਣ ਵਾਲੀ ਏ। ਉਹਦਾ ਬਨ ਸੁਭ ਕਰਨਾ, ਹੋਰ ਨਾ ਪੁੱਛੀ ਮੇਰੇ ਤੋਂ। ਕਰਮਜੀਤ ਨੇ ਆਪਣੇ ਮੂੰਹ ਵਿੱਚੋਂ ਅੰਗਾਰਿਆਂ ਵਰਗੇ ਸ਼ਬਦ ਉਹਦੇ ਉੱਪਰ ਉਲੱਦਦੇ ਕਿਹਾ। ਉਸ ਤੋਂ ਬਾਅਦ ਇੱਕ ਪਲ ਵੀ ਚੈਨ ਉਸਨੂੰ ਨਹੀਂ ਆਇਆ ਸੀ। ਉਹਨੂੰ ਹੁਣ ਪਿਛਲੇ ਕਈ ਦਿਨਾਂ ਤੋਂ ਘਰ ਵਿੱਚ ਫੈਲੇ ਤਣਾਅ ਦਾ ਕਾਰਨ ਪਤਾ ਲੱਗ ਗਿਆ ਸੀ, ਕਿਉਂਕਿ ਪੜ੍ਹੀ ਲਿਖੀ ਸੁਰਿੰਦਰ ਮੁੰਡੇ ਕੁੜੀ ਦਾ ਫਰਕ ਨਹੀਂ ਸਮਝਦੀ ਸੀ। ਸੋਨੀਆ ਵੇਲੇ ਵੀ ਕਰਮਜੀਤ ਨੇ ਇਹੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਪਹਿਲਾ ਬੱਚਾ ਹੋਣ ਕਰਕੇ ਉਹਦੀ ਗੱਲ ਦੀ ਬਹੁਤੀ ਭੁਗਤ ਨਹੀਂ ਹੋਈ ਸੀ। ਉਹ ਫੇਰ ਆ ਕੇ ਮੰਜੇ ਤੇ ਪੈ ਗਿਆ। ਸਾਹਮਣੇ ਬਾਪੂ ਦੀ ਤਸਵੀਰ ਉਸਨੂੰ ਹੱਸਦੀ ਲੱਗੀ, ਜਿਵੇਂ ਬਾਪੂ ਆਪਣੇ ਤਕੀਏ ਕਲਾਮ ਵਿੱਚ ਕਹਿ ਰਿਹਾ ਹੋਵੇ, ਕਿਵੇਂ ਆ ਪੁੱਤਰਾ, ਤੇ ਉਸ ਤੋਂ ਉਸਦਾ ਜਵਾਬ ਕੋਈ ਨਾ ਬਾਪੂ ਦੇਖੀ ਚੱਲ ਕਿਹਾ ਨਾ ਗਿਆ। ਉਹਨੂੰ ਲੱਗਾ ਕੋਈ ਚੀਜ਼ ਉਸਦੇ ਗਲ ਵਿੱਚ ਫਸ ਗਈ ਹੋਵੇ, ਤੇ ਫਿਰ ਉਸਦੀ ਸੁਰਤ ਅੱਜ ਤੋਂ 35 ਸਾਲ ਪਿੱਛੇ ਚਲੀ ਗਈ, ਜਦੋਂ ਉਹ ਜਵਾਨੀ ਦੀ ਉਮਰ ਵਿੱਚ ਸੀ। ਇੱਕ ਰਾਤ ਸਿਆਲਾਂ ਵਿੱਚ ਜਦੋਂ ਦਰਵਾਜ਼ਾ ਜ਼ੋਰ ਦੀ ਖੜਕਿਆ ਤਾਂ ਉਹ ਉੱਠ ਕੇ ਬੈਠ ਗਿਆ ਸੀ। ਬਾਪੂ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਵੱਡੇ ਕਰੀਏ ਫੁੱਫੜ ਜੀ ਦਾ ਸਿਰੀ ਬੋਤਾ ਲਈ ਖੜਾ ਸੀ। ਉਹਦਾ ਦਾਦਾ ਵੀ ਉਦੋਂ ਜਿਉਂਦਾ ਸੀ। ਉਹ ਖੁੰਡੀ ਲੈ ਕੇ ਦਰਵਾਜ਼ੇ ਵਿੱਚ ਆ ਬਹੁੜਿਆ। ਸਿਰੀ ਨੇ ਆਉਂਦਿਆਂ ਹੀ ਹਾਲ ਦੁਹਾਈ ਪਾ ਦਿੱਤੀ, ਪੱਟੇ ਗਏ ਸਰਦਾਰਾ। ਉਹਦੀ ਚੰਗਿਆੜ ਬਾਹਰ ਤੱਕ ਸੁਣਾਈ ਦਿੱਤੀ। ਉਹਦੇ ਦੂਜੇ ਭੈਣ ਭਰਾ ਵੀ ਉੱਠ ਕੇ ਬੈਠ ਗਏ। ਸਿਰੀ ਨੇ ਥੋੜਾ ਸੰਭਲ ਕੇ ਦੱਸਿਆ ਕਿ ਫੁੱਫੜ ਜੀ ਦਾ ਜ਼ਿਆਦਾ ਸ਼ਰਾਬ ਪੀਣ ਕਰਕੇ ਸਵਰਗਵਾਸ ਹੋ ਗਿਆ। ਦਾਦਾ ਸਿਰ ਫੜ ਕੇ ਬੈਠ ਗਿਆ। ਕੱਲ ਨੂੰ ਸੰਸਕਾਰ ਹੈ। ਬੇਬੇ ਨੇ ਸਿਰੀ ਨੂੰ ਚਾਹ ਪਿਆਈ ਤੇ ਉਹ ਰਾਤ ਨੂੰ ਹੀ ਹੋਰ ਰਿਸ਼ਤੇਦਾਰੀਆਂ ਵਿੱਚ ਦੱਸਣ ਲਈ ਚਲਾ ਗਿਆ। ਅਗਲੇ ਦਿਨ ਉਹ ਬੇਬੇ, ਦਾਦਾ, ਦਾਦੀ ਤੇ ਪਿੰਡ ਦੇ ਹੋਰ ਬੰਦੇ ਫੁੱਫੜ ਜੀ ਦੇ ਸੰਸਕਾਰ ਤੇ ਗਏ, ਪਰ ਬਾਪੂ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਪਿੰਡ ਵਿੱਚ ਇਸ ਦੀ ਬੜੀ ਚਰਚਾ ਹੋਈ। ਹਰ ਕਿਸੇ ਨੇ ਉਸਨੂੰ ਆ ਕੇ ਕਿਹਾ, ਜਵਾਈ ਭਾਈ ਦੇ ਮਰਨ ਮੌਕੇ ਤਾਂ ਜਾਣਾ ਚਾਹੀਦਾ ਹੈ, ਪਰ ਉਸਨੇ ਕਿਸੇ ਦੀ ਗੱਲ ਨਹੀਂ ਸੁਣੀ ਸੀ। ਸੰਸਕਾਰ ਤੋਂ ਆ ਕੇ ਦਾਦੀ ਤੇ ਬੇਬੇ ਨੇ ਕਲੇਸ਼ ਪਾਇਆ ਕਿ ਬਾਪੂ ਕੱਲ ਨੂੰ ਫੁੱਲ ਚੁਗਣ ਤੋਂ ਬਾਅਦ ਸਿਵਾ ਟੱਕਣ ਜ਼ਰੂਰ ਜਾਵੇ, ਪਰੰਤੂ ਬਾਪੂ ਨੇ ਇੱਕ ਹੀ ਨੰਨਾ ਫੜੀ ਰੱਖਿਆ। ਉਹ ਕਹਿੰਦਾ, ਮੈਂ ਨਹੀਂ ਜਾਣਾ। ਰਾਤ ਨੂੰ ਦਾਦੀ ਨੇ ਦੱਸਿਆ ਕਿ ਤੇਰਾ ਪਿਓ ਹੈਗਾ ਧਰਮੀ ਕਰਮੀ ਬੰਦਾ। ਤੈਨੂੰ ਪਤਾ, ਤੇਰੀ ਇਸ ਭੂਆ ਦੇ ਪਹਿਲੇ ਜਨੇਪੇ ਵੇਲੇ ਕੁੜੀ ਹੋਈ। ਤੇਰੇ ਪਿਓ ਨੂੰ ਪਤਾ ਸੀ ਕਿ ਇਹ ਸਰਦਾਰਾਂ ਦਾ ਲਾਣਾ ਕੁੜੀਆਂ ਨੂੰ ਮਾਰ ਦਿੰਦਾ। ਜਦੋਂ ਤੇਰਾ ਫੁੱਫੜ ਤੇਰੀ ਭੂਆ ਲੈਣ ਆਇਆ ਤਾਂ ਤੇਰੇ ਬਾਪੂ ਨੇ ਗਲ ਵਿੱਚ ਪੱਲਾ ਪਾ ਕੇ ਕਿਹਾ, ਦੇਖੋ ਸਰਦਾਰ ਜੀ, ਰੱਬ ਦੀ ਮਰਜ਼ੀ ਅੱਗੇ ਕੀ ਜ਼ੋਰ ਏ। ਤੁਹਾਡੀ ਰੀਤ ਦਾ ਸਾਨੂੰ ਪਤਾ
ਕਿ ਤੁਹਾਡੇ ਖਾਨਦਾਨ ਵਿੱਚ ਕੁੜੀ ਨੂੰ ਜੰਮਦੇ ਮਾਰ ਦਿੰਦੇ ਹੋ। ਇਸ ਬੱਚੀ ਨੂੰ ਇੱਥੇ ਛੱਡ ਜਾ। ਇਹਦਾ ਪਾਲਣ ਪੋਸ਼ਣ ਮੈਂ ਕਰਾਂਗਾ ਤੇ ਸਮਝਾਂਗਾ ਕਿ ਰੱਬ ਨੇ ਇਹ ਧੀ ਮੈਨੂੰ ਦਿੱਤੀ ਹੈ। ਪਰ ਫੁੱਫੜ ਜੀ ਨੇ ਪੈਰਾਂ ਤੇ ਪਾਣੀ ਨਾ ਪੈਣ ਦਿੱਤਾ। ਬਾਪੂ ਨੇ ਫੇਰ ਹੱਥ ਜੋੜੇ, ਸਰਦਾਰ ਜੀ ਛੱਡ ਜਾ, ਮੇਰੇ ਬੱਚਿਆਂ ਨਾਲ ਪਲ ਜਾਊ। ਪਰ ਫੁੱਫੜ ਜੀ ਨਾ ਮੰਨੇ ਤੇ ਫੁਆ ਤੇ ਬੱਚੀ ਨੂੰ ਨਾਲ ਲੈ ਗਏ। ਪਰ ਥੋੜੇ ਸਮੇਂ ਬਾਅਦ ਪਤਾ ਲੱਗਾ ਕਿ ਕੁੜੀ ਨੂੰ ਕੁਝ ਦੇ ਕੇ ਮਾਰ ਦਿੱਤਾ। ਬਾਪੂ ਮੁੜ ਕੇ ਫੁੱਫੜ ਜੀ ਦੇ ਮੱਥੇ ਨਹੀਂ ਲੱਗਾ, ਕਹਿੰਦਾ ਗੁਰੂ ਦਾ ਹੁਕਮ ਹੈ ਕੁੜੀ ਮਾਰ ਤੋਂ ਦੂਰ ਰਹਿਣਾ। ਇਹ ਕਹਿੰਦੇ ਜਹਾਨ ਤੋਂ ਤੁਰ ਗਿਆ ਕਿ ਕੁੜੀ ਮਾਰ ਰਿਸ਼ਤੇਦਾਰ ਸਾਡੇ ਲਈ ਮਰ ਗਿਆ, ਅਸੀਂ ਉਹਨਾਂ ਲਈ। ਅੱਜ ਉਹੀ ਘਟਨਾ ਉਹਦੇ ਘਰ ਵਿੱਚ ਘਟਣ ਜਾ ਰਹੀ ਹੈ। ਸਾਇੰਸ ਨੇ ਕੁੜੀ ਨੂੰ ਜੰਮਣ ਤੋਂ ਬਾਅਦ ਮਾਰਨ ਦੀ ਬਜਾਏ ਕੁੱਖ ਵਿੱਚ ਹੀ ਕਤਲ ਕਰਨ ਤੱਕ ਦੀ ਤਰੱਕੀ ਕਰ ਲਈ ਹੈ। ਉਹਨਾਂ ਨੂੰ ਬਾਬਾ ਤੇ ਬਾਪੂ ਬੜੇ ਯਾਦ ਆਏ। ਫਿਰ ਉਹਦੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆਨ, ਕੋਈ ਨਾ ਬਾਪੂ, ਦੇਖੀ ਚੱਲ। ਇਸ ਤੋਂ ਬਾਅਦ ਉਸ ਨੂੰ ਲੱਗਾ ਜਿਵੇਂ ਉਹ ਫੁੱਲਾਂ ਵਰਗਾ ਹੌਲਾ ਹੋ ਗਿਆ ਹੋਵੇ। ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਨੀਂਦ ਨੇ ਆ ਦਬੋਚਿਆ। ਸਵੇਰੇ ਉਹ ਥੋੜਾ ਲੇਟ ਹੀ ਜਾਗਿਆ। ਨਹਾ ਧੋ ਕੇ ਉਹ ਆਰਤੀਏ ਤੋਂ 20,000 ਰੁਪਏ ਫੜ ਲਿਆਇਆ। ਉਹਨੇ ਘਰ ਮੋਟਰਸਾਈਕਲ ਖੜਾ ਕੇ ਆਵਾਜ਼ ਮਾਰੀ, ਕਰਮਜੀਤ ਕਰਮਜੀਤ। ਉਹਨੇ ਵੇਖਿਆ ਰਸੋਈ ਵਿੱਚ ਖੜੀ ਉਹਦੀ ਨੂੰਹ ਦਾ ਚਿਹਰਾ ਕੁਮਲਾ ਗਿਆ। ਉਹ ਦਰਵਾਜ਼ੇ ਦਾ ਸਹਾਰਾ ਲੈ ਕੇ ਖੜ ਗਈ ਜਿਵੇਂ ਡਿੱਗ ਰਹੀ ਹੋਵੇ। ਕਰਮਜੀਤ ਅੰਦਰੋਂ ਚੱਕਵੇਂ ਪੈਰੀ ਆਈ, ਲੈ ਆਏ ਪੈਸੇ। ਉਹਨੇ 500 ਦੇ 40 ਨੋਟ ਕੱਢ ਕੇ ਉਹਨੂੰ ਫੜਾਏ ਤੇ ਨਾਲ ਹੀ ਬੋਲਿਆ, ਕੰਨ ਖੋਲ ਕੇ ਸੁਣ ਲੈ, ਇਹਨਾਂ ਪੈਸਿਆਂ ਨਾਲ ਨੂੰ ਰਾਣੀ ਦੀ ਚੰਗੀ ਦਵਾਈ ਬੂਟੀ ਕਰਵਾ। ਜਿਹੜਾ ਪਾਪ ਤੂੰ ਕਰਨ ਦੀ ਗੱਲ ਕਰਦੀ ਐ ਉਹਦੇ ਬਾਰੇ ਸੋਚੀ ਵੀ ਨਾ, ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਵੀ ਨਹੀਂ ਹੋਣਾ। ਉਹਦੀ ਗਰਜਦੀ ਆਵਾਜ਼ ਨੂੰ ਸੁਣ ਕੇ ਕਰਮਜੀਤ ਨੂੰ ਲੱਗਾ ਜਿਵੇਂ ਉਹ ਨਹੀਂ ਉਹਦੇ ਅੰਦਰੋਂ ਬਾਪੂ ਬੋਲ ਰਿਹਾ ਹੋਵੇ। ਨੂੰ ਰਾਣੀ ਭੱਜ ਕੇ ਉਸਦੇ ਪੈਰਾਂ ਨੂੰ ਆ ਚੰਬੜੀ ਤੇ ਉਹਨੇ ਸ਼ੁਕਰ ਮਨਾਇਆ। ਲੇਖਕ ਭੁਪਿੰਦਰ ਸਿੰਘ ਮਾਨ। ਸੋ ਦੋਸਤੋ, ਅਗਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਸਾਨੂੰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ YouTube ਚੈਨਲ ਆਰਐਸ ਪੰਜਾਬੀ ਕਹਾਣੀਆਂ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।